ਧੰਨ ਵਾਹਿਗੁਰੂ ਸਾਹਿਬ ਜੀ। ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਹਾ ਸੁਆਨ ਕੋ ਸਿਮਰਤ ਸੁਣਾਏ, ਕਹਾ ਸਾਕਤ ਪੈ ਹਰ ਗੁਣ ਗਾਏ। ਰਾਮ 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 ਰਮੇ ਰਾਮ ਰਹੀਐ, ਸਾਕਤ ਸਿਉ ਭੂਲ ਨਹੀਂ ਕਹੀਐ। ਰਹਾਉ ਕਊਆ ਕਹਾ ਕਪੂਰ ਚਰਾਏ, ਕਹਿ ਬਿਸਿਅਰ ਕੋ ਦੂਧ ਪੀ ਆਏ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਕਤ ਸੁਆਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਆ ਕੋ ਸਹਿਜ ਨਾ ਜਾਈ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਆ ਕੋ ਸਹਿਜ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦੀਨ ਦੁਨੀ ਦੇ ਮਾਲਕ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਜੋ ਕਿ ਸਤ ਸੰਗਤ ਵਿੱਚ ਜੁੜ ਕੇ ਬੈਠਣ ਦਾ ਔਰ ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਕਰਮ ਕੀਤਾ ਹੈ। ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ, ਤੇ ਇਹਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਇਸ ਸਮੇਂ ਕੀਤਾ ਗਿਆ ਹੈ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 481 ਤੇ ਸੁਭਾਏਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਕਰ ਰਹੇ ਹਨ,
ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਜਦੋਂ ਕੋਈ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਨੂੰ ਕੁਝ ਰਸ ਆਉਂਦਾ ਹੈ, ਤੇ ਕਈ ਵਾਰ ਇਹ ਵੇਖਣ ਨੂੰ ਮਿਲਦਾ ਹੈ ਕਿ ਉਹ ਰਸ ਉਹਦੇ ਤੋਂ ਸੰਭਾਲਿਆ ਨਹੀਂ ਜਾਂਦਾ। ਉਹ ਫਿਰ ਹੋਰ ਲੋਕਾਂ ਨੂੰ ਇਸ ਪਾਸੇ ਵੱਲ ਜੋੜਨਾ ਚਾਹੁੰਦਾ ਹੈ। ਬੜੀ ਚੰਗੀ ਗੱਲ ਹੈ, ਪਰ ਕਈ ਵਾਰ ਉਹ ਐਸੇ ਸਾਖਤ ਬੰਦਿਆਂ ਨਾਲ ਵੀ ਉਲਝ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਲਿਆ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪ ਸਿਮਰਨ ਕਰ। ਸਾਖਤ ਬੰਦਾ, ਜੇ ਤੂੰ ਚਾਹੁੰਦਾ ਹੈ ਵੀ ਅਧਿਆਤਮਕ ਜੀਵਨ ਦੇ ਵਿੱਚ ਕਾਮਯਾਬੀ ਪ੍ਰਾਪਤ ਕਰਨੀ ਹੈ, ਸਾਖਤ ਬੰਦੇ ਤੋਂ ਦੂਰ ਹੀ ਚੰਗਾ ਰਹੇਗਾ। ਸਾਖਤ ਬੰਦੇ ਤੋਂ ਕਿਨਾਰਾ ਕਰਕੇ ਹੀ ਰੱਖੀ ਜੇ। ਸਾਖਤ ਸ਼ਬਦ ਇਸ ਪਾਵਨ ਸ਼ਬਦ ਦੇ ਵਿੱਚ ਜੋ ਆਇਆ ਹੈ, ਸਾਖਤ ਸ਼ਬਦ ਤੋਂ ਬਚਣ ਵਾਸਤੇ ਆਖਿਆ ਗਿਆ ਹੈ, ਨਹੀਂ ਤੇ ਤੇਰਾ ਜੋ ਰਸ ਤੈਨੂੰ ਆਇਆ ਹੈ ਨਾਮ ਦੇ ਵਿੱਚੋਂ, ਬਾਣੀ ਦੇ ਵਿੱਚੋਂ, ਉਹ ਵੀ ਚਲਾ ਜਾਵੇਗਾ ਜੇ ਤੂੰ ਸਾਖਤ ਦੀ ਸੰਗਤ ਕਰ ਲਈ। ਸਾਖਤ ਪੁਰਸ਼, ਇਹਦੇ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਅਰਥ ਜੋ ਦਿੱਤੇ ਹਨ। ਸੰਸਕ੍ਰਿਤ ਦੇ ਵਿੱਚ ਸਾਖਤ ਸ਼ਬਦ ਦਾ ਅਰਥ ਹੈ ਜਿਹੜਾ ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ ਪੂਜਾ, ਸ਼ਕਤੀ ਦੀ ਪੂਜਾ ਕਰਦਾ ਹੈ, ਉਹਨੂੰ ਸਾਖਤ ਆਖਿਆ ਗਿਆ ਹੈ। ਪਰਮਾਤਮਾ ਦੀ ਬੰਦਗੀ ਛੱਡ ਕੇ ਹੋਰ ਮੰਤਰਾਂ ਤੇ ਭਰੋਸਾ ਰੱਖੀ ਬੈਠਾ ਹੈ, ਉਹਨੂੰ ਸਾਖਤ ਆਖਿਆ ਗਿਆ ਹੈ। ਅਰਬੀ ਭਾਸ਼ਾ ਦੇ ਵਿੱਚ ਸਾਖਤ ਦਾ ਅਰਥ ਹੈ ਪਤਤ, ਡਿੱਗਿਆ ਹੋਇਆ, ਆਚਰਣ ਤੋਂ ਨੀਵਾਂ ਮਨੁੱਖ। ਤੇ ਭਗਤ ਕਬੀਰ ਸਾਹਿਬ ਜੀ ਇੱਥੇ ਸਾਡੇ ਤੇ ਕਿਰਪਾ ਕਰਦੇ ਨੇ, ਕਹਿੰਦੇ ਸਾਖਤ ਪੁਰਸ਼ ਭਾਵੇਂ ਉਹ ਪਰਮਾਤਮਾ ਨੂੰ ਛੱਡ ਕੇ ਹੋਰ ਮੰਤਰ ਪੜ੍ਹਨ ਵਾਲਾ ਹੈ, ਜਾਂ ਬਿਲਕੁਲ ਆਪਣੇ ਜੀਵਨ ਤੋਂ ਡਿੱਗਿਆ ਹੋਇਆ ਹੈ, ਇਸ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੈ। ਔਰ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਪ੍ਰਮਾਣ ਦਿੱਤੇ ਨੇ। ਸਾਖਤ ਪੁਰਸ਼ ਕੀ ਕਰਦਾ ਹੈ? ਜੇ ਕੋਈ ਮਨੁੱਖ ਸਾਖਤ ਦੀ ਸੰਗਤ ਕਰ ਲਵੇ, ਉਹ ਮਨੁੱਖ ਭਾਵੇਂ ਕਿੰਨਾ ਵੀ ਨਿਤਨੇਮੀ ਹੋਵੇ, ਕਿੰਨਾ ਚੰਗਾ ਸੁਭਾਅ ਹੋਵੇ, ਕਿੰਨੇ ਉਹਦੇ ਵਿੱਚ ਗੁਣ ਹੋਣ, ਤੇ ਆਖੇ ਮੈਂ ਸਾਖਤ ਪੁਰਸ਼ ਦੀ ਸੰਗਤ ਕਰ ਲਿਆ, ਮੇਰਾ ਕੀ ਵਿਗੜ ਜਾਏਗਾ? ਮੇਰਾ ਕੁਝ ਨਹੀਂ ਵਿਗੜਦਾ, ਕਿਉਂਕਿ ਮੈਂ ਕਿਹੜਾ ਇਹਦੇ ਵਾਲੀ ਗੱਲ ਕਰਨੀ ਹੈ, ਮੈਂ ਇਹਦੇ ਵਾਲਾ ਕੰਮ ਕਰਨਾ ਹੀ ਨਹੀਂ। ਭਾਵੇਂ ਇਹ ਸਾਖਤ ਕਰਦਾ ਹੈ, ਕਰੀ ਜਾਵੇ। ਕਈ ਵਾਰ ਆਪਾਂ ਨੂੰ ਵੀ ਇਹ ਭੁਲੇਖਾ ਪੈ ਜਾਂਦਾ, ਆਪਾਂ ਕਹਿੰਦੇ ਕੋਈ ਗੱਲ ਨਹੀਂ, ਫਿਰ ਕੀ ਹੈ, ਅਸੀਂ ਕਿਹੜਾ ਇਹ ਕੰਮ ਕਰਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਇਸ ਬਾਰੇ ਬੜੇ ਸੋਹਣੇ ਪ੍ਰਮਾਣ ਆਪਣੇ ਬਾਣੀ ਦੇ ਵਿੱਚ ਦਿੰਦੇ ਨੇ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ, ਸਾਖਤ ਸੰਗ ਨਾ ਹੇਰ। ਕਹਿੰਦੇ ਸਾਖਤ ਦਾ ਸੰਗ ਨਾ ਕਰੀਏ, ਕਿਉਂਕਿ ਸਾਖਤ ਦਾ ਸੰਗ ਇਸ ਤਰ੍ਹਾਂ ਹੈ, ਜਿਵੇਂ ਵੇਖੋ ਸਾਖਤ ਪੁਰਸ਼ ਬੇਰੀ ਦੇ ਨਾਲ ਉਹਨੂੰ ਤਰਜੀਹ ਦਿੱਤੀ ਗਈ ਹੈ। ਬੇਰੀ ਦੀ ਲੱਕੜ ਬੜੀ ਸਖਤ, ਕੰਡੇ ਵੀ, ਇਹਦਾ ਫਲ ਵੀ ਬੜਾ ਸਖਤ ਹੁੰਦਾ ਹੈ ਬੇਰ, ਇਹਦੇ ਪੱਤੇ ਵੀ ਹੋਰ ਦਰਖਤਾਂ ਨਾਲੋਂ ਸਖਤ ਹੁੰਦੇ ਨੇ। ਕਦੇ ਦੇਖਣਾ ਬੇਰੀ ਦੇ ਸੁਭਾਅ ਉਹਦਾ ਐਸਾ, ਉਹਦੇ ਪੱਤੇ ਵੀ ਕੁਰਖਤ ਜੇ ਨੇ, ਉਹਦਾ ਫਲ ਵੀ ਸਖਤ ਹੁੰਦਾ ਹੈ, ਔਰ ਇਹਦਾ ਤਣਾ ਵੀ, ਕੰਡੇ ਆਦਿਕ ਸਾਰਾ। ਉੱਥੇ ਕਹਿੰਦੇ ਕੇਲੇ ਦੇ ਬੂਟੇ ਲਾ ਦਿੱਤੇ ਗਏ,
केले दे बूटे वड्डे होए, बड़े सोहणे पत्ते ने उन्हां दे, ते जदों हवा चली वो बेरी दे कंढियां ने वो केले दे पत्तियां नूं लीरो लीर कर दिता। इसे तरह साकत पुरुष की संगत का पहला नहीं पता लगता भी ये कित्थों तक नुकसान करेगी, पर ये बाद विच ही पता लगता जिवें केले दे पत्तियां की तरह लीरो लीर कर दिंदा है, भाव सारा कुछ बर्बाद कर दिंदा है। कबीर मारी मरो को संग की, केले निकट जो बेर, ओ झूलै ओ चीरीए, साकत संग ना हेर। ते इथों तक बचन आखे ने भगत कबीर साहब कहते तुहानूं पता होवे भी ये बंदा साकत है, साकत बंदा सामने तो आ रहा है, ਉਹਨੂੰ ਵੇਖ के रस्ता बदलना ही चंगा है। जिवें आपां वेख लैंदे आ भी सामने कोई आपां नूं पता लगे खतरे वाली चीज़ है, आपां वेख के रस्ता बदल लैंदे आ। भगत कबीर साहब जी कहते कबीर साकत संग ना कीजिए, दूरों जाइए भाग। भी साकत पुरुष दे मत्थे लगना भी माड़ा है। कबीर साकत संग ना कीजिए, दूरों जाइए भाग, बासन कारो परसीए, तो कछ लागै दाग। धन गुरु अर्जन देव जी महाराज सच्चे पातशाह अपनी बाणी विच कहंदे ने, साकत स्यों मुख जोरिए, अध विचों टूटै। हर जन की सेवा जो करे, इत उत्तै छूटै। साकत नाल मुख जोड़ोगे, साकत नाल सांझ पावोगे, इत्थे भी खुआर होवोगे, अगे भी खुआर होवोगे। ये भी बचन महाराज ने आखे ने कि संतन का दाना रूखा सो सर्व निधान। कहते रब दे प्यारियां दे घरों सुक्की रोटी भी मिल जावे, वो भी बड़ियां बरकतां वाली है। ग्रह साकत 36 प्रकार ते बिखू समान। साकत पुरुष दे घर विच तुहानूं 36 प्रकार दे पदार्थ वधिया तो वधिया मिलन, और बंदा बड़े स्वाद नाल उन्हां नूं खा भी लेगा, पर कहंदे वो जहर दा काम करनगे। गुरु अर्जन देव महाराज जी कहंदे साकत पुरुष वेखो उहदा जीवन उहदे पदार्थ ते भी असर करदा है। साकत ग्रह साकत 36 प्रकार ते बिखू समान, वो जहर की तरह जिमें जहर खा ले बंदा। इस करके महाराज कहते उल्टी रे मन उल्टी रे, साकत स्यों कर उल्टी रे। झूठे की रे झूठ भरी, छुटकी रे मन छुटकी रे। ਇਹਦੇ ਵਾਲੋਂ अपनी प्रीत उल्टा लै, उल्टी तो भाव है उल्टा लैना, बदल तब्दील कर लै। जे तेरा किसी साकत पुरुष दे नाल रहन बहन है, उते तू हट जा परां, अज ही बदल दे, क्योंकि झूठा है। ਇਹਦੀ प्रीत ਇਹਨੂੰ ਇੱਥੇ भी ਖਵਾਰ करेगी और अगे भी ਖਵਾਰ करेगी। इस तरह होर भी बहुत सारे प्रमाण गुरबाणी दे विच आए ने कि जेकर तुसी चाहुंदे हो अध्यात्मक जीवन दे विच वा संसारक तौर ते भी आपां अपने जीवन विच जे किसी तरह की कामयाबी चाहुंदे हां, माड़े बंदे दा संग छड्डना पवेगा, बुरे बंदे दा संग छड्डना पवेगा, नहीं तो वो बर्बाद कर देवेगा। अपने बच्चे स्कूलों में जाते हैं, आपां नूं पता हुंदा है भी ये बच्चा नाल माड़ा है, आपां अपने बच्चे नूं रोक लैंदे आ भी तूं ਉਹਦੇ नाल नहीं बैठना, होर जिहदे नाल मर्जी जाके खेड, होर जिहदे कोल मर्जी जाके बैठदा, पर उस बच्चे कोल नहीं बैठना, वरजदे हन। इसे तरह गुरु पातशाह बाणी विच कहंदे ने भी जिहड़ा साकत बंदा रब नालों टुटिया होया है, जिहड़ा रब दी बंदगी नहीं करदा, वो देखण नूं तां आपां नूं बड़ा सोहना लगदा है, पर वो बहुत खतरनाक है।
ਅਧਿਆਤਮਕ ਜੀਵਨ ਵਿੱਚ ਉਹ ਸਾਡਾ ਬਹੁਤ ਵੱਡਾ ਨੁਕਸਾਨ ਕਰੇਗਾ। ਇਸ ਕਰਕੇ ਸਾਖਤ ਪੁਰਸ਼ ਤੋਂ ਬਚਣ ਵਾਸਤੇ ਆਖਿਆ ਗਿਆ, ਭਾਵੇਂ ਨਿਤਨੇਮ ਘੱਟ ਕਰ ਲਓ ਪਰ ਸਾਖਤ ਪੁਰਸ਼ ਤੋਂ ਬਚ ਕੇ ਰਹੋ ਜੀ। ਜੇ ਤੁਸੀਂ ਬਾਣੀ ਬਹੁਤ ਪੜ੍ਹਦੇ ਹੋ ਪਰ ਸਾਖਤ ਦੀ ਸੰਗਤ ਕਰਦੇ ਹੋ ਤੇ ਉਹ ਸਾਖਤ ਪੁਰਸ਼ ਤੁਹਾਡਾ ਅਧਿਆਤਮਕ ਜੀਵਨ ਵਿਗਾੜ ਕੇ ਰੱਖ ਦੇਵੇਗਾ। ਭਗਤ ਕਬੀਰ ਸਾਹਿਬ ਜੀ ਪਾਵਨ ਸ਼ਬਦ ਦੇ ਵਿੱਚ ਫਰਮਾਨ ਕਰ ਰਹੇ ਹਨ, ਆਸਾ ਕਹਾ ਸਵਾਨ ਕੋ ਸਿਮਰਤ ਸੁਣਾਏ, ਕਹਾ ਸਾਖਤ ਪੈ ਹਰ ਗੁਣ ਗਾਏ। ਸਵਾਨ ਕੁੱਤਾ, ਉਹਦਾ ਗੁਰਬਾਣੀ ਦੇ ਵਿੱਚ ਗੁਣ ਵੀ ਦੱਸਿਆ, ਔਗਣ ਵੀ ਦੱਸਿਆ ਹੈ। ਵੇਖੋ ਗੁਰਬਾਣੀ ਨੇ ਕਿਸੇ ਦੇ ਨਾਲ ਵੀ ਜਿਹੜਾ ਹੈ ਉਹ ਬੇਨਿਆਈ ਗੱਲ ਨਹੀਂ ਕੀਤੀ। ਜੇ ਉਹਦੇ ਵਿੱਚ ਗੁਣ ਸੀ ਉਹ ਗੁਣ ਵੀ ਦੱਸਿਆ, ਤੇ ਜੇ ਔਗਣ ਹੈ ਤੇ ਉਹ ਵੀ ਛੁਪਾਇਆ ਨਹੀਂ ਹੈ। ਰਾਵਣ ਨੂੰ ਸਾਰੀ ਦੁਨੀਆ ਮਾੜਾ ਕਹਿੰਦੀ ਹੈ, ਗੁਰਬਾਣੀ ਨੇ ਜਿੱਥੇ ਰਾਵਣ ਨੂੰ ਮੂਰਖ ਆਖਿਆ ਹੈ, ਉੱਥੇ ਜਦੋਂ ਪ੍ਰੇਮ ਦੀ ਉਦਾਹਰਣ ਦਿੱਤੀ ਵੀ ਪ੍ਰੇਮ ਕਿਵੇਂ ਜਿਹਾ ਚਾਹੀਦਾ ਹੈ ਰੱਬ ਨੂੰ ਪਾਉਣ ਵਾਸਤੇ, ਤੇ ਰਾਵਣ ਦੀ ਗੱਲ ਆਖੀ ਮਹਾਰਾਜ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ, ਰਾਵਣ ਹੋਤੇ ਸੁਰੰਕ ਨੇ ਜਿਨ ਦੇ ਸਿਰ ਦੀਨੇ ਕਾਟ, ਆਵਤ ਸੰਗ ਨਾ ਜਾ ਸੰਗਾਤੀ, ਕਾਂ ਪਿਓ ਦਰ ਬਾਂਧੇ ਹਾਥੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਦੋਵੇਂ ਪ੍ਰਮਾਣ ਨੇ ਨਾ, ਉਹਦਾ ਗੁਣ ਵੀ ਦੱਸ ਦਿੱਤਾ ਹੈ, ਜੋ ਸੀਗਾ ਉਹ ਸਾਫ ਦੱਸਦਾ ਹੈ, ਕੋਈ ਪਰਦਾ ਨਹੀਂ ਰੱਖਿਆ ਵੀ ਜੇ ਗੁਣ ਹੈ ਤੇ ਪਰਦਾ ਪਾ ਦਈਏ। ਉਹਦੀ ਕੁਆਲਿਟੀ ਵੀ ਦੱਸਦੀ ਹੈ, ਔਰ ਜੋ ਉਹਦੇ ਵਿੱਚ ਔਗਣ ਸੀ ਉਹ ਵੀ ਮਹਾਰਾਜ ਦੱਸਦਾ। ਇਸੇ ਤਰ੍ਹਾਂ ਕੁੱਤੇ ਦੇ ਵਿੱਚ ਇਹ ਗੁਣ ਹੈ। ਪਹਿਲਾਂ ਉਹਦਾ ਗੁਣ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ, ਰੱਬ ਦੀ ਬੰਦਗੀ ਕਰਨੀ ਹੈ ਇਸ ਤਰ੍ਹਾਂ ਕਰਿਆ ਕਰ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕੇ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਤੁਸੀਂ ਘਰ ਵਿੱਚ ਕੁੱਤਾ ਰੱਖਿਆ, ਉਹਨੂੰ ਜਿਸ ਤਰ੍ਹਾਂ ਦੀ ਮਰਜ਼ੀ ਰੋਟੀ ਦਿਓ, ਜਦੋਂ ਮਰਜ਼ੀ ਦਿਓ, ਉਹਨੇ ਖਾ ਕੇ ਜਦੋਂ ਵੀ ਮਾਲਕ ਆਉਂਦਾ ਪੈਰਾਂ ਨੂੰ ਚੁੰਮਦਾ ਹੈ ਔਰ ਉਹਦਾ ਵਫਾਦਾਰ ਬਣ ਕੇ ਰਹਿੰਦਾ ਹੈ। ਰਾਤ ਨੂੰ ਮਾੜਾ ਜਿਹਾ ਖੜਾਕ ਹੋਵੇ, ਮਾਲਕ ਸੁੱਤਾ ਪਿਆ, ਕੁੱਤਾ ਭੌਂਕਣ ਲੱਗ ਜਾਂਦਾ ਹੈ, ਮਾਲਕ ਨੂੰ ਸੁਚੇਤ ਕਰ ਦਿੰਦਾ ਹੈ, ਕੋਈ ਗੈਰ ਬੰਦਾ ਆਸੇ ਪਾਸੇ ਘਰ ਦੇ ਫਿਰ ਰਿਹਾ ਹੈ, ਖਤਰਾ ਹੈ, ਬੜਾ ਵਫਾਦਾਰ ਹੈ। ਪਰ ਦੂਜੇ ਪਾਸੇ ਇਹ ਵੀ ਬਚਨ ਆਖੇ ਨੇ, ਜਿਉਂ ਕੂਕਰ ਹਰਖਾਇਆ, ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ, ਭਖ ਅਭਖ ਸਭ ਖਾਏ। ਵੀ ਜਦੋਂ ਕੁੱਤਾ ਹਲਕ ਜਾਂਦਾ ਉਦੋਂ ਮਾਲਕ ਨੂੰ ਵੀ ਵੱਢ ਲੈਂਦਾ ਹੈ। ਉਹੀ ਜਿਹੜਾ ਮਾਲਕ ਦੇ ਪੈਰ ਚੁੰਮਦਾ ਹੈ, ਹਲਕ ਗਿਆ, ਇਹ ਉਹਦੇ ਵਿੱਚ ਔਗਣ ਹੈ। ਤੋ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜਾ ਸਵਾਨ ਉਹਨੂੰ ਕਿੰਨੇ ਵੀ ਤੁਸੀਂ ਸਿਮਰਤੀਆਂ ਸੁਣਾਓ, ਜਦੋਂ ਹਲਕ ਗਿਆ ਉਹਨੂੰ ਕਿੰਨਾ ਕੁਝ ਵੀ ਸੁਣਾਓ ਉਹਦੇ 'ਤੇ ਅਸਰ ਨਹੀਂ ਹੋਵੇਗਾ। ਆਪਾਂ ਵੇਖਦੇ ਹਾਂ ਕੁੱਤੇ ਸਿਖਾਏ ਹੁੰਦੇ ਨੇ, ਪੁਲਿਸ ਵਿੱਚ ਵੀ ਹੁੰਦੇ ਨੇ, ਉਹ ਜਦੋਂ ਕੋਈ ਮੁਜਰਮ ਨੂੰ ਲੱਭਣਾ ਹੁੰਦਾ ਤੇ ਉਹ ਕੁੱਤਿਆਂ ਨੂੰ ਛੱਡਦੇ, ਬੰਦਿਆਂ ਨਾਲੋਂ ਜ਼ਿਆਦਾ ਸੋਝੀ ਉਹਨਾਂ ਨੂੰ, ਪਰ ਸਿਖਾਏ ਹੁੰਦੇ ਨੇ। ਹਲਕੇ ਹੋਏ ਕੁੱਤੇ ਨੂੰ ਸਿਖਾਓਗੇ ਨਹੀਂ ਕੁਝ ਸਿੱਖ ਸਕੇਗਾ, ਉਹ ਤਾਂ ਵੱਢਣ ਨੂੰ ਪਵੇਗਾ। ਸਾਖਤ ਪੁਰਸ਼ ਬਿਲਕੁਲ ਇਸੇ ਤਰ੍ਹਾਂ ਹੈ। ਸਾਖਤ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ, ਬਿਲਕੁਲ ਜਿਹਦਾ ਹਿਰਦਾ ਬਿਲਕੁਲ ਪੱਥਰ ਦੀ ਤਰ੍ਹਾਂ, ਮਨਮੁਖ ਪੱਥਰ ਸੈਲ ਹੈ, ਤ੍ਰਿਗ ਜੀਵਨ ਫੀਕਾ, ਜਲ ਮੈਂ ਕੇਤਕ ਰਾਖੀਐ ਅਬ ਅੰਤਰ ਸੁੱਕਾ। ਉਹਨੂੰ ਤੁਸੀਂ ਕਿੰਨਾ ਵੀ ਧਰਮ ਵਾਲੇ ਪਾਸੇ ਲਾਣਾ ਚਾਹੋ ਉਹ ਤੁਹਾਡਾ ਨੁਕਸਾਨ ਕਰੇਗਾ, ਉਹਨੂੰ ਭਲੇ ਪਾਸੇ ਲਾਣਾ ਚਾਹੋ ਉਹ ਨੁਕਸਾਨ ਕਰੇਗਾ। ਹਰ ਇੱਕ ਨੂੰ ਐਵੇਂ ਨਹੀਂ ਕਹੀ ਜਾਈਦਾ ਵੀ ਇਸ ਪਾਸੇ ਆ ਜਾ, ਕਿਉਂਕਿ ਹਰ ਇੱਕ ਬੰਦਾ ਇਹਦਾ ਅਧਿਕਾਰੀ ਨਹੀਂ ਹੁੰਦਾ। ਵੇਖੋ ਬਾਹਰ ਬੱਚੇ ਤੁਰਦੇ ਫਿਰਦੇ, ਹੁਣ ਟੀਚਰ ਹਰ ਇੱਕ ਬੱਚੇ ਨੂੰ ਨਹੀਂ ਕਹਿੰਦਾ ਤੂੰ ਵੀ ਆ ਕੇ ਕਲਾਸ ਵਿੱਚ ਬਹਿ ਜਾ।
हाँ जिन्हां दे नां दाखल हुंदे ने वो बाहर फिरदे होण, टीचर उन्हां नूं आवाज़ मारदा भी तूं कित्थे फिरदा पिया, इधर अंदर आ जा, तेरी तां क्लास लगी हुई, पढ़ाई कर बैठ के। ਜਿਹੜਾ ਹਰ ਇੱਕ ਨੂੰ ਨਹੀਂ ਆਵਾਜ਼ ਮਾਰੀ ਜਾਂਦੀ, ਆਪਾਂ ਹਰ ਇੱਕ ਨੂੰ ਹੀ ਘੇਰ ਕੇ ਬਹਿ ਜਾਂਦੇ ਹਾਂ। ਥੋੜ੍ਹੇ ਦਿਨ ਆਪਾਂ ਨਿਤਨੇਮ ਕੀਤਾ, ਬਾਣੀ ਪੜ੍ਹੀ, ਥੋੜ੍ਹੇ ਦਿਨ ਅਭਿਆਸ ਕੀਤਾ, ਹਰ ਇੱਕ ਨੂੰ ਤੂੰ ਵੀ ਭਾਈ ਨਾਮ ਜਪਿਆ ਕਰ, ਤੂੰ ਵੀ ਭਾਈ ਬਾਣੀ ਪੜ੍ਹਿਆ ਕਰ, ਗੁਰੂ ਘਰ ਆਇਆ ਕਰ। ਹਰ ਇੱਕ ਬੰਦਾ ਅਧਿਕਾਰੀ ਨਹੀਂ ਹੁੰਦਾ। ਤੋ ਭਗਤ ਕਬੀਰ ਸਾਹਿਬ ਕਹਿੰਦੇ ਕਹਾ ਸਵਾਨ ਕੋ ਸਿਮਰਤ ਸੁਣਾਏ, ਕਹਾ ਸਾਖਤ ਪੈ ਹਰ ਗੁਣ ਗਾਏ। ਸਾਖਤ ਬੰਦੇ ਦੇ ਕੋਲ ਤੁਸੀਂ ਕਿੰਨੀ ਵੀ ਉਹਨੂੰ ਸੋਹਣੀ ਕਥਾ ਕਰਕੇ ਸੁਣਾਓ, ਕੀਰਤਨ ਸੁਣਾਓ, ਉਹਨੂੰ ਬਾਣੀ ਦਾ ਬੋਧ ਕਰਾਓ, ਉਹ ਕਦਰ ਨਹੀਂ ਕਰਦਾ, ਕਿਉਂਕਿ ਉਹ ਇਹਨਾਂ ਗੁਣਾਂ ਦਾ ਗਾਹਕ ਨਹੀਂ ਹੈ। ਬਿਨ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ। ਉਹ ਨਹੀਂ ਜਾਣਦਾ ਇਹ ਜਿਹੜੀ ਵਿਚਾਰ ਸਾਨੂੰ ਸੁਣਾਈ ਜਾ ਰਹੀ ਹੈ ਕਿੰਨੀ ਕੀਮਤੀ ਹੈ, ਇਹਦੀ ਕਦਰ ਨਹੀਂ ਕਰੇਗਾ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੇ ਬੰਦੇ ਕੋਲ ਕਹਿਣ ਦਾ ਲਾਭ ਵੀ ਨਹੀਂ ਹੈ, ਕਹਿਣਾ ਨਹੀਂ ਚਾਹੀਦਾ, ਆਪਣਾ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਇੱਕ ਮਹਾਤਮਾ ਹੋਏ ਨੇ ਬੋਧੀਆਂ ਦੇ ਵਿੱਚੋਂ ਚੀਨ ਦੇ ਵਿੱਚ, ਉਹ ਰੋਜ਼ ਕਥਾ ਕਰਿਆ ਕਰਦੇ ਸਨ ਅਤੇ ਉਹਨਾਂ ਦੀ ਕਥਾ ਸੁਣਨ ਵਾਸਤੇ ਉੱਥੋਂ ਦਾ ਰਾਜਾ ਵੀ ਆਇਆ ਕਰਦਾ ਸੀ। ਉਹ ਮਹਾਤਮਾ ਇੱਕ ਦਿਨ ਕੰਧ ਵਾਲੇ ਪਾਸੇ ਮੂੰਹ ਕਰਕੇ ਕਥਾ ਕਰਨ ਲੱਗ ਪਏ। ਸਰੋਤੇ ਸਾਰੇ ਪਿੱਠ ਵਾਲੇ ਪਾਸੇ ਹੋ ਗਏ। ਜਦੋਂ ਆਪਾਂ ਇੱਦਾਂ ਕਰਾਂਗੇ ਪਿੱਠ ਕੁਦਰਤੀ ਤੌਰ ਹੈ ਸਰੋਤਿਆਂ ਵੱਲ ਹੋ ਜਾਵੇਗੀ। ਰਾਜਾ ਵੀ ਬੈਠਾ ਹੈ ਔਰ ਬੜੇ ਚਾਅ ਨਾਲ, ਜਿਵੇਂ ਰੋਜ਼ ਉਹ ਕਥਾ ਪ੍ਰਵਚਨ ਸੁਣਾਉਂਦਾ ਸੀ, ਉਸ ਓਨੇ ਹੀ ਚਾਅ ਨਾਲ, ਓਨੇ ਹੀ ਆਨੰਦ ਨਾਲ ਉਹ ਕਥਾ ਕਰ ਰਿਹਾ, ਪ੍ਰਵਚਨ ਸੁਣਾ ਰਿਹਾ ਹੈ। ਸਮਾਪਤੀ ਹੋਈ ਅਤੇ ਉਹ ਰਾਜਾ ਆ ਕੇ ਇਤਰਾਜ਼ ਕਰਦਾ ਵੀ ਮਹਾਰਾਜ ਇਹ ਤੁਸੀਂ ਕੀ ਕੀਤਾ, ਅੱਜ ਮੂੰਹ ਉਸ ਪਾਸੇ ਕੀਤਾ ਹੋਇਆ। ਤਾਂ ਉਹ ਮਹਾਤਮਾ ਕਹਿਣ ਲੱਗੇ ਵੀ ਇਹਦਾ ਕਾਰਨ ਹੈ। ਕਹਿੰਦੇ ਦੱਸੋ ਫਿਰ ਕਾਰਨ ਕੀ? ਕਹਿੰਦੇ ਕਾਰਨ ਇਹਦਾ ਇਹ ਹੈ ਵੀ ਜਿਹੜੀ ਮੈਂ ਕਥਾ ਸੁਣਾਉਂਦਾ ਰੋਜ਼ ਪ੍ਰਵਚਨ, ਨਾ ਤਾਂ ਇਸ ਕੰਧ 'ਤੇ ਅਸਰ ਹੋਣਾ ਹੈ ਅਤੇ ਨਾ ਤੇਰੇ 'ਤੇ ਅਸਰ ਹੋਣਾ ਹੈ। ਤੂੰ ਵੀ ਰੋਜ਼ ਆਉਣਾ ਪਰ ਉਸੇ ਦਾ ਉਸੇ ਤਰ੍ਹਾਂ ਹੀ ਹੈ, ਕੋਈ ਫਰਕ ਨਹੀਂ ਹੈ। ਇਹ ਕੰਧ ਨੂੰ ਕਥਾ ਸੁਣਾਤੀ, ਤੈਨੂੰ ਸੁਣਾਤੀ, ਇੱਕੋ ਗੱਲ ਬਰਾਬਰ ਹੈ, ਕੋਈ ਫਰਕ ਨਹੀਂ ਪੈਣਾ। ਸਾਖਤ ਪੁਰਸ਼, ਕਿਉਂਕਿ ਉਹਦੀ ਬਿਰਤੀ ਸਾਖਤ ਸੀ। ਕਹਿੰਦੇ ਸਾਖਤ ਪੁਰਸ਼ ਨੂੰ ਤੁਸੀਂ ਕਿੰਨਾ ਵੀ ਪ੍ਰਵਚਨ ਸੁਣਾਓ, ਉਹਦੇ 'ਤੇ ਕੋਈ ਅਸਰ ਨਹੀਂ ਹੋਵੇਗਾ। ਰਾਮ 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 ਰਮੇ ਰਾਮ ਰਹੀਐ। ਇਸ ਕਰਕੇ ਭਾਈ ਕਿਸੇ ਸਾਖਤ ਨਾਲ ਵਾਦ ਕਰਨ ਤੋਂ ਭਲਾ ਹੈ ਤੁਸੀਂ ਓਨਾ ਸਮਾਂ ਰਾਮ ਰਾਮ ਰਾਮ, ਜੋ ਵਾਹਿਗੁਰੂ ਨਿਰੰਕਾਰ ਸਾਰੇ ਪਾਸੇ ਰਮਿਆ ਹੋਇਆ, ਉਹਨੂੰ ਮਨ ਕਰਕੇ, ਬਾਣੀ ਕਰਕੇ ਔਰ ਤਨ ਕਰਕੇ ਉਹਦੇ ਨਾਮ ਨੂੰ ਜਪੋ। ਜਿਹੜਾ ਜਾਪ ਹੈ ਨਾ ਗੁਰਮੁਖੋ, ਇਹ ਤਿੰਨ ਤਰ੍ਹਾਂ ਕਰਕੇ ਹੁੰਦਾ ਹੈ। ਮਨ ਕਰਕੇ, ਬਚਨਾ ਕਰਕੇ ਔਰ ਤਨ ਕਰਕੇ। ਕਈ ਵਾਰ ਆਪਾਂ ਕਹਿੰਦੇ ਵੀ ਸਾਡਾ ਮਨ ਵਿੱਚ ਬੜੀ ਸ਼ਰਧਾ ਹੈ, ਪਰ ਉਹ ਤਨ 'ਤੇ ਦਿਖਾਈ ਨਹੀਂ ਦੇ ਰਹੀ ਹੁੰਦੀ, ਉਹ ਬਚਨਾਂ ਵਿੱਚ ਵੀ ਦਿਖਾਈ ਨਹੀਂ ਦੀ। ਬਚਨ ਬੜੇ ਫਿੱਕੇ ਬੋਲਦਾ ਹੈ, ਕਹਿੰਦੇ ਮੇਰੇ ਮਨ ਵਿੱਚ ਬੜੀ ਸ਼ਰਧਾ ਹੈ, ਪਰ ਮੂੰਹ ਤੋਂ ਐਸੇ ਬਚਨ ਬੋਲਦਾ ਹੈ ਵੀ ਜਿਵੇਂ ਜ਼ਹਿਰ ਨਾਲ ਹੀ ਭਰੇ ਹੋਣ। ਜੋ ਮਨ ਵਿੱਚ ਸ਼ਰਧਾ ਹੈ ਬਿਲਕੁਲ ਉਹ ਤੇਰੇ ਬੋਲਾਂ ਵਿੱਚ ਵੀ ਹੋਣੀ ਚਾਹੀਦੀ ਹੈ। ਉਹ ਤੇਰੇ ਆਚਾਰ, ਤਨ ਦਾ ਭਾਵ ਕੀ ਹੈ? ਸਾਡਾ ਜਿਹੜਾ ਆਚਾਰ ਵਿਵਹਾਰ ਹੈ, ਰੋਜ਼ ਦਾ ਕਿਰਦਾਰ ਹੈ, ਉਹਦੇ ਵਿੱਚ ਵੀ ਉਹ ਚੀਜ਼ ਹੋਣੀ ਚਾਹੀਦੀ ਹੈ। ਜੋ ਬਾਣੀ ਆਪਾਂ ਪੜ੍ਹਦੇ ਹਾਂ ਉਹ ਸਾਡੇ ਮਨ ਵਿੱਚ ਵੀ ਹੋਵੇ, ਸਾਡੀ ਰਸਨਾ ਕਰਕੇ ਵੀ ਆਪਾਂ ਉਹਨੂੰ ਬੋਲੀਏ, ਔਰ ਸਾਡੇ ਵਿਵਹਾਰ, ਸਰੀਰ ਦਾ ਜਿੰਨਾ ਵਿਵਹਾਰ ਹੈ ਉਹਦੇ ਵਿੱਚ ਵੀ ਉਹ ਪ੍ਰਗਟ ਦਿਖਾਈ ਦੇਵੇ। ਬਾਣੀ ਮਨ ਵਿੱਚ ਵੀ ਸ਼ਰਧਾ, ਰਸਨਾ ਤੋਂ ਵੀ ਬਾਣੀ ਬੋਲੀ ਹੈ, ਪਰ ਅੱਖਾਂ ਬੜੀਆਂ ਬੇਸ਼ਰਮ ਹੋ ਰਹੀਆਂ ਨੇ, ਅੱਖਾਂ ਤੋਂ ਬਾਣੀ ਦਾ ਅਸਰ ਦਿਖਾਈ ਨਹੀਂ ਦੇ ਰਿਹਾ, ਤਨ 'ਤੇ ਉਹ ਚੀਜ਼ ਦਿਖਾਈ ਨਹੀਂ ਦੇ ਰਹੀ। ਤੋ ਸਮਝ ਲੈ ਜਾਪ ਪਾਤਸ਼ਾਹ ਕਹਿੰਦੇ ਅਧੂਰਾ ਹੈ।
ਮਨ ਬਚ ਕਰਮ ਪ੍ਰਭ ਆਪਣਾ ਧਿਆਈ। ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਇੱਦਾਂ ਰਾਮ ਨੂੰ ਜਪਣਾ ਕਰੋ। ਸਾਖਤ ਸਿਉ ਭੂਲ ਨਹੀਂ ਕਹੀ ਹੈ। ਭੁੱਲ ਕੇ ਵੀ ਸਾਖਤ ਨੂੰ ਨਾਮ ਜਪਣ ਵਾਸਤੇ ਨਾ ਆਖੋ, ਸੇਵਾ ਕਰਨ ਵਾਸਤੇ ਨਾ ਆਖੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਹੌਰ ਦੇ ਕੋਲ ਉਹ ਪਿੰਡ ਹੈ ਕੰਗਣਪੁਰ, ਅਤੇ ਇੱਕ ਦੋ ਹੋਰ ਉੱਥੇ ਪਿੰਡ ਜਿੱਥੇ ਮਹਾਰਾਜ ਗਏ। ਜਦੋਂ ਉਹਨਾਂ ਸਾਖਤ ਪੁਰਸ਼ਾਂ ਨੇ ਦਪਾਲਪੁਰ ਦੇ ਜਿਹੜੇ ਲੋਕ ਸਨ, ਜਦੋਂ ਮਹਾਰਾਜ ਗਏ ਤਾਂ ਉਹਨਾਂ ਨੇ ਸਾਧ ਸੰਗਤ ਉੱਥੇ ਰਹਿਣ ਦੀ ਜਗ੍ਹਾ ਲਾ ਦਿੱਤੀ। ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਾਲਾ ਮਰਦਾਨਾ ਜੀ ਨਾਲ ਨੇ। ਜਦੋਂ ਉਸ ਪਿੰਡ ਕੰਗਣਪੁਰ ਤੋਂ ਬਾਹਰ ਨਿਕਲੇ ਅਤੇ ਮਹਾਰਾਜ ਨੇ ਉਸ ਪਾਸੇ ਵੱਲ ਮੂੰਹ ਕਰਕੇ ਆਖਿਆ ਵੀ ਵਸਦੇ ਰਹੋ ਇੱਥੇ ਹੀ। ਅਗਲੇ ਪਿੰਡ ਚਲੇ ਗਏ। ਉਹਨਾਂ ਨੇ ਬੜੀ ਆਓ ਭਗਤ ਕੀਤੀ, ਸੇਵਾ ਕੀਤੀ। ਮਹਾਰਾਜ ਉੱਥੋਂ ਵੀ ਜਦੋਂ ਵਿਦਾ ਹੋਏ ਅਤੇ ਨਗਰ ਦੇ ਬਾਹਰ ਆ ਕੇ ਕਹਿੰਦੇ ਉੱਜੜ ਜਾਓ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ, ਕਹਿੰਦੇ ਮਹਾਰਾਜ ਇਹ ਤੁਸੀਂ ਬਚਨ ਕੀ ਆਖਤਾ ਹੈ। ਸੋਚਦੇ ਨੇ ਸ਼ਾਇਦ ਭੁਲੇਖਾ ਨਾ ਲੱਗ ਗਿਆ ਹੋਵੇ ਵੀ ਮਹਾਰਾਜ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਕੋਈ ਨਾ ਚਾਹ ਪਾਣੀ ਨਾ ਲੰਗਰ ਪ੍ਰਸ਼ਾਦਾ, ਸਗੋਂ ਮਾੜੇ ਬੋਲ ਬੋਲੇ, ਉਹਨਾਂ ਨੂੰ ਤੁਸੀਂ ਵਰ ਦੇਤਾ ਵੀ ਇੱਥੇ ਹੀ ਵਸਦੇ ਰਹੋ। ਅਤੇ ਜਿਨ੍ਹਾਂ ਨੇ ਸੇਵਾ ਕੀਤੀ ਇਹਨਾਂ ਨੂੰ ਕਹਿਤਾ ਉੱਜੜ ਜਾਓ। ਮਹਾਰਾਜ ਕਹਿੰਦੇ ਭਾਈ ਮਰਦਾਨੇ ਆ ਉਹ ਜਿਹੜੇ ਲੋਕ ਸੀ ਉਹ ਬਸ ਉੱਥੇ ਹੀ ਠੀਕ ਨੇ। ਉਹਨਾਂ ਨੂੰ ਤਾਂ ਕਿਹਾ ਉਹ ਸਾਖਤ ਪੁਰਸ਼ ਨੇ, ਟੁੱਟੇ ਹੋਏ ਨੇ ਰੱਬ ਨਾਲੋਂ। ਜਿੱਥੇ ਵੀ ਜਾਣਗੇ ਸਾਖਤ ਪੁਰਸ਼ ਵੇਖੋ, ਸੰਗਤ ਟੇਕ ਕੇ ਬੈਠੀ ਹੋਵੇ, ਲੰਗਰ ਚੱਲਦਾ ਹੋਵੇ, ਇੱਕ ਬੰਦਾ ਸਾਖਤ ਵੜ ਜੇ ਨਾ ਹਾਲ ਲਾਲਾ ਲਾਲਾ ਕਰਾ ਦਿੰਦਾ ਹੈ। ਮਿੰਚ ਵਿੱਚ ਡਾਂਗਾਂ ਸੋਟੇ ਖੜਕ ਜਾਂਦੇ ਨੇ। ਸਾਖਤ ਪੁਰਸ਼ ਇੱਕ ਵੀ ਆ ਜਾਵੇ, ਰੋਟੀ ਖਾ ਰਹੇ ਹੋ ਨਾ, ਰੋਟੀ ਇੱਕ ਵੀ ਕੋਈ ਕੜਕੂ ਜਿਹਾ ਆ ਗਿਆ ਨਾ ਰੋਟੀ ਵਿੱਚ, ਗਰਾਹੀ ਵਿੱਚ ਜਾਂ ਦਾਲ ਦੇ ਵਿੱਚ, ਸਾਰੀ ਰੋਟੀ ਬੇਸਵਾਦੀ ਹੋ ਜਾਂਦੀ ਹੈ। ਹਾਲਾਂਕਿ ਸਾਰੀ ਸਬਜ਼ੀ ਭਾਜੀ ਰੋਟੀ ਬੜੇ ਸਵਾਦ ਵਾਲੀ ਬਣੀ ਸੀ, ਬੜੀ ਸੋਹਣੀ ਬਣੀ ਸੀ, ਪਰ ਇੱਕੋ ਕੋੜਕੂ ਆ ਗਿਆ, ਸਾਰਾ ਬੇਰਸਾ ਕਰਤਾ ਕੰਮ। ਸਾਖਤ ਪੁਰਸ਼ ਦਾ ਇੰਨਾ ਵੱਡਾ ਅਸਰ ਹੈ। ਦਾਲ ਦੇ ਸੈਂਕੜੇ ਦਾਣੇ ਪਏ ਨੇ, ਉਹ ਦਾਲ ਬਣੀ ਹੈ, ਕਿੰਨਾ ਆਟਾ ਕਿਣਕੇ ਪਏ ਨੇ ਤਾਂ ਰੋਟੀ ਬਣੀ ਹੈ, ਪਰ ਇੱਕ ਕੋੜਕੂ ਆ ਗਿਆ। ਸੈਂਕੜੇ ਕੋੜਕੂ ਨਹੀਂ ਆਏ, ਇੱਕੋ ਹੀ ਆ ਗਿਆ, ਬਸ ਇੱਕੋ ਨੇ ਬੇਰਸੀ ਕਰ ਦਿੱਤੀ। ਜਿਨ੍ਹਾਂ ਨੂੰ ਕਿਹਾ ਉੱਜੜ ਜਾਓ, ਮਹਾਰਾਜ ਕਹਿੰਦੇ ਗੁਰਮੁਖ ਨੇ, ਇਹ ਬੰਦਗੀ ਵਾਲੇ ਨੇ, ਇਹ ਜਿੱਥੇ ਵੀ ਜਾਣਗੇ ਗੁਰਮੁਖ। ਇੱਕ ਵੀ ਕਿਤੇ ਜਾ ਕੇ ਬੈਠ ਜਾਵੇ ਨਗਰ ਕਿਸੇ ਵਿੱਚ, ਉਹ ਭਲੇ ਪਾਸੇ ਲੋਕਾਂ ਨੂੰ ਲਾ ਦਿੰਦਾ ਹੈ, ਰੱਬ ਦੇ ਨਾਮ ਨਾਲ ਲਾ ਦਿੰਦਾ। ਲੋਕਾਂ ਵਿੱਚ ਸ਼ਰਧਾ ਬਣ ਜਾਂਦੀ ਹੈ, ਪਰਮਾਤਮਾ ਦੀ ਬੰਦਗੀ ਕਰਨ ਲੱਗ ਜਾਂਦੇ ਨੇ, ਚੰਗੇ ਪਾਸੇ ਲੱਗ ਜਾਂਦੇ ਨੇ। ਤੋ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਨੇ, ਸਾਖਤ ਨਾਲ ਭੁੱਲ ਕੇ ਵੀ ਇਸ ਤਰ੍ਹਾਂ ਦੀ ਵਾਰਤਾਲਾਪ ਨਹੀਂ ਕਰਨੀ। ਰਹਾਓ ਕਊਆ ਕਾਂ ਕਪੂਰ ਚਰਾਏ। ਕਹਿੰਦੇ ਕਾਂ ਨੂੰ ਕਦੇ ਕਪੂਰ ਨਹੀਂ ਖਵਾਈਦਾ ਹੁੰਦਾ, ਕਿਉਂਕਿ ਉਹਨੇ ਗੰਦਗੀ ਵਿੱਚ ਜਾ ਕੇ ਚੁੰਝ ਮਾਰਨੀ ਹੈ। ਜੇ ਉਹਨੂੰ ਖਵਾਓਗੇ ਉਹਦਾ ਕੀ ਲਾਭ, ਉਹਨੇ ਫਿਰ ਜਾ ਕੇ ਗੰਦਗੀ ਵਿੱਚ ਮੂੰਹ ਮਾਰਨਾ ਹੈ। ਕਹਿ ਵਿਸਿਰ ਕੋ ਦੂਧ ਪਿਆਏ। ਸੱਪ ਨੂੰ ਕਦੇ ਦੁੱਧ ਨਹੀਂ ਪਿਆਈਦਾ, ਦੁੱਧ ਪਿਆਓਗੇ ਉਹ ਜਊ ਜ਼ਿਆਦਾ ਜ਼ਹਿਰ ਬਣਦਾ ਹੈ। ਸੱਪ ਦੇ ਅੰਦਰ ਦੁੱਧ ਜਾਵੇ ਨਾ ਬੜੀ ਛੇਤੀ ਜ਼ਹਿਰ ਬਣਦਾ ਹੈ। ਕਹਿੰਦੇ ਫਿਰ ਉਹਨੇ ਡੰਗ ਮਾਰਨਾ, ਜਿੰਨਾ ਮਰਜ਼ੀ ਉਹਨੂੰ ਦੁੱਧ ਪਿਆਈ ਜਾ, ਉਹਦਾ ਸੁਭਾਅ ਉਹਨੇ ਡੰਗ ਮਾਰਨਾ। ਭਾਵ ਉਹਦੀ ਸੇਵਾ ਕਰਨ ਦਾ ਵੀ ਕੋਈ ਲਾਭ ਨਹੀਂ ਹੈ। ਸੇਵਾ ਕਰਨੀ ਗੁਰਮੁਖ ਦੀ ਕਰੋ। ਕੋਈ ਬੀੜੀਆਂ ਪੀਂਦਾ, ਕੋਈ ਸ਼ਰਾਬ ਪੀਂਦਾ, ਕੋਈ ਜਰਦਾ ਖਾਂਦਾ, ਤੁਸੀਂ ਉਹਦੀ ਸੇਵਾ ਕਰੋ, ਉਹਦੀ ਸੇਵਾ ਤੁਹਾਨੂੰ ਦੁੱਖ ਦੇਵੇਗੀ। ਤਾਂ ਹੀ ਤੇ ਮਹਾਰਾਜ ਨੇ ਕਿਹਾ ਸੇਵਾ ਕਰਨੀ ਮੇਰੇ ਖਾਲਸੇ ਦੀ ਕਰੋ ਜੇ, ਗੁਰਸਿੱਖ ਦੀ ਕਰੋ ਜੇ। ਐਵੇਂ ਨਾ ਹਰ ਇੱਕ ਦੇ ਨਾ ਗਲ ਵਿੱਚ ਸੇਵਾ ਦਾ ਜਿਹੜਾ ਤਗਮਾ ਪਾਈ ਜਾਓ ਜੇ, ਉਹ ਤੁਹਾਨੂੰ ਖੁਆਰ ਕਰੇਗਾ, ਕਿਉਂਕਿ ਉਹ ਆਪ ਨਰਕਾਂ ਵਿੱਚ ਡਿੱਗਿਆ ਹੋਇਆ, ਤੁਹਾਨੂੰ ਵੀ ਲੈ ਜਾਵੇਗਾ। ਬਾਣੀ ਦਾ ਬਚਨ ਹੈ, ਮਹਾਰਾਜ ਕਹਿੰਦੇ ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜੰਮ ਪਕੜ ਚਲਾਈਆਂ। ਰੱਬ ਦਾ ਨਾਮ ਨਹੀਂ ਚੇਤੇ ਕੀਤਾ, ਇਹ ਚੀਜ਼ਾਂ ਖਾਂਦੇ ਰਹੇ, ਜੰਮ ਪਕੜ ਕੇ ਲੈ ਗਏ। ਤੋ ਭਗਤ ਕਬੀਰ ਸਾਹਿਬ ਫਰਮਾਨ ਕਰ ਰਹੇ ਨੇ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਇਹ ਜਿਹੜੀ ਵਿਵੇਕ ਬੁੱਧੀ ਹੈ ਵੀ ਸਾਖਤ ਤੋਂ ਬਚ ਕੇ ਰਹਿਣਾ ਹੈ, ਇਹ ਗਿਆਨ ਵਾਲੀ ਬੁੱਧੀ, ਉੱਤਮ ਬੁੱਧੀ ਜਿਹੜੀ ਸੰਗਤ ਵਿੱਚੋਂ ਮਿਲਦੀ ਹੈ।
नहीं तो बड़े लोग जप तप करके सागतां दा संग करके अपना सारा कुछ बर्बाद कर लेंदे ने। पारस परस लोहा कंचन सोई, जिवें पारस नूं स्पर्श करके लोहा भी सोना हो जाता है, इसे तरह गुरमुखां दी संगत करके मनुख दा जीवन कीमती हो जाता है। साकत सवान सब करे कराया, जो तुर लिखिया सो कर्म कमाया। साकत बिल्कुल सवान की तरह है, जिमें वो प्रेरिया होया कर्मां दा वो जूनी नूं भोग रहा, इसे तरह साकत भी उही कर्म करता है जो उहदे पिछले जन्मां दे विच उहने कीते होए हन। तां इस तरह भगत कबीर साहब जी फरमान कर रहे ने, अमृत लै लै नीम सिंचाई, कहत कबीर रूआ को सहज ना जाई। भगत कबीर साहब कहते जिमें निम नूं तुसीं किन्ना भी मिठा घोल घोल के पाओ, ਉਹਨੇ ਮਿੱਠਾ ਨਹੀਂ ਹੋ ਜਾਣਾ, ਉਹਦੇ ਪੱਤੇ ਵੀ ਕੋੜੇ, ਉਹਦੀ ਲੱਕੜ ਵੀ ਕੋੜੀ, ਉਹਦਾ ਫਲ ਵੀ ਕੋੜਾ। ਇਸੇ ਤਰ੍ਹਾਂ ਸਾਕਤ ਦੀ ਕਿੰਨੀ ਵੀ ਸੇਵਾ ਕਰੋਗੇ, ਉੱਥੋਂ ਤੁਹਾਨੂੰ ਸਿਵਾਏ ਜ਼ਹਿਰ ਦੇ ਕੋੜਾਪਣ ਦੇ ਹੋਰ ਕੁਝ ਪ੍ਰਾਪਤ ਨਹੀਂ ਹੋਵੇਗਾ। ਇਸ ਕਰਕੇ ਸਾਕਤਾਂ ਦੀ ਸੰਗਤ ਤੋਂ ਬਚ ਕੇ ਰਹਿਣਾ। ਸਤਿਗੁਰੂ ਮਹਿਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।